ਅੱਜ ਅਸੀਂ ਸਾਧ ਸੰਗਤ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਨਾਲ ਸੰਬੰਧਿਤ ਇੱਕ ਹੋਰ ਸਾਖੀ ਦੱਸਣ ਜਾ ਰਹੇ ਹਾਂ। ਇਸ ਸਾਖੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਬਾਬਾ ਸ਼੍ਰੀ ਚੰਦ ਜੀ ਨੇ ਸੰਗਤਾਂ ਨੂੰ ਮੁਕਤੀ ਦਾ ਕੀ ਉਪਦੇਸ਼ ਦਿੱਤਾ। ਇੱਕ ਦਿਨ ਲਾਹੌਰ ਵਿੱਚ ਬਾਬਾ ਸ਼੍ਰੀ ਚੰਦ ਜੀ ਧੂਣਾ ਲਗਾਈ ਬੈਠੇ ਸਨ। ਹਰ ਰੋਜ਼ ਦੀ ਤਰ੍ਹਾਂ ਉਸ ਦਿਨ ਵੀ ਸੰਗਤਾਂ ਬਾਬਾ ਸ਼੍ਰੀ ਚੰਦ ਜੀ ਦੇ ਧੂਣੇ ਤੇ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ। ਸਾਰੀਆਂ ਸੰਗਤਾਂ ਨੇ ਆਪਣੇ ਆਪਣੇ ਮਨ ਦੇ ਇੱਛਾਵਾਂ ਬਾਬਾ ਸ਼੍ਰੀ ਚੰਦ ਜੀ ਦੇ ਅੱਗੇ ਰੱਖੀਆਂ ਅਤੇ ਆਪਣੇ ਪ੍ਰਸ਼ਨਾਂ ਦੇ ਉੱਤਰ ਬਾਬਾ ਸ਼੍ਰੀ ਚੰਦ ਜੀ ਤੋਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਾਬਾ ਸ਼੍ਰੀ ਚੰਦ ਜੀ ਨੇ ਉਹਨਾਂ ਨੂੰ ਪਿਆਰ ਨਾਲ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਅਤੇ ਉਹਨਾਂ ਦੇ ਸ਼ੰਕੇ ਦੂਰ ਕੀਤੇ। ਬਾਬਾ ਸ਼੍ਰੀ ਚੰਦ ਜੀ ਦੇ ਸਾਹਮਣੇ ਇੱਕ ਵਿਦਵਾਨ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ, ਅਸੀਂ ਕਈ ਗ੍ਰੰਥ ਪੜ੍ਹੇ ਹਨ। ਕਿਸੇ ਵਿੱਚ ਲਿਖਿਆ ਹੈ ਕਿ ਕਰਮ ਕਾਂਡ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ, ਕਿਸੇ ਵਿੱਚ ਲਿਖਿਆ ਹੈ ਕਿ ਭਗਤੀ ਕਰਕੇ ਮੁਕਤੀ ਪ੍ਰਾਪਤ ਹੁੰਦੀ ਹੈ, ਤਥਾ ਕਿਸੇ ਵਿੱਚ ਇਹ ਨਿਸ਼ਚਾ ਹੁੰਦਾ ਹੈ ਕਿ ਜੀਵ ਬ੍ਰਹਮ ਦੀ ਏਕਤਾ ਰੂਪ ਜੋ ਗਿਆਨ ਹੈ ਉਸ ਰਾਹੀਂ ਮੁਕਤੀ ਪ੍ਰਾਪਤ ਹੁੰਦੀ ਹੈ। ਕਿਰਪਾ ਕਰਕੇ ਸਾਡੇ ਸ਼ੰਕੇ ਦੂਰ ਕਰੋ। ਭਗਵਾਨ ਜੀ, ਬਾਬਾ ਜੀ ਮਿਹਰ ਕਰੋ। ਭਗਵਾਨ ਬਾਬਾ ਸ਼੍ਰੀ ਚੰਦ ਜੀ ਬੋਲੇ ਕਿ ਤੁਸੀਂ ਬਹੁਤ ਵਧੀਆ ਪ੍ਰਸ਼ਨ ਕੀਤਾ ਹੈ। ਅੱਜ ਅਸੀਂ ਤੁਹਾਡੇ ਮਨ ਦੇ ਸ਼ੰਕੇ ਦੂਰ ਕਰਾਂਗੇ ਅਤੇ ਤੁਹਾਨੂੰ ਸਹੀ ਮਾਰਗਦਰਸ਼ਨ ਕਰਾਵਾਂਗੇ। ਬਾਬਾ ਸ਼੍ਰੀ ਚੰਦ ਜੀ ਬੋਲੇ, ਧਰਮ ਗ੍ਰੰਥਾਂ ਵਿੱਚ ਕਈ ਪ੍ਰਕਾਰ ਦੇ ਬਚਨ ਹੁੰਦੇ ਹਨ, ਕੋਈ ਰੋਚਕ, ਕਈ ਭਿਆਨਕ ਤਥਾ ਯਥਾਰਥ ਆਦਿ। ਤਾਂ ਗਿਆਨ ਤੋਂ ਜੋ ਮੁਕਤੀ ਹੋਣੀ ਲਿਖੀ ਹੈ ਇਹ ਯਥਾਰਥ ਬਚਨ ਹਨ, ਬਾਕੀ ਦੇ ਰੋਚਕ ਆਦਿ ਹਨ। ਤਦ ਉਸੇ ਪ੍ਰੇਮੀ ਨੇ ਕਿਹਾ ਕਿ ਮਹਾਰਾਜ, ਤਾਂ ਕਰਮ ਕਾਂਡ ਤਥਾ ਭਗਤੀ ਆਦਿ ਦੇ ਬਚਨ ਫਿਰ ਵਿਅਰਥ ਸਿੱਧ ਹੋਣਗੇ। ਤਾਂ ਬਾਬਾ ਜੀ ਬੋਲੇ ਕਿ ਪ੍ਰੇਮੀ ਜਨੋ, ਉਹ ਵਿਅਰਥ ਸਿੱਧ ਨਹੀਂ ਹੋਣਗੇ, ਕਿਉਂਕਿ ਉਹ ਵੀ ਅੰਤःਕਰਨ ਦੀ ਸ਼ੁੱਧੀ ਅਤੇ ਇਕਾਗਰਤਾ ਸਾਧਨਾ ਦੇ ਵਾਚਕ ਹਨ। ਭਾਵ ਕਰਮ ਕਾਂਡ ਅਤੇ ਭਗਤੀ ਉਪਾਸਨਾ ਵੀ ਵਿਅਰਥ ਨਹੀਂ ਹੈ। ਕਰਮ ਕਾਂਡ ਨਿਸ਼ਕਾਮ ਭਾਵ ਕਰਨੇ ਚਾਹੀਦੇ ਹਨ, ਤਾਂ ਹੀ ਸਾਡਾ ਅੰਤਰ ਮਨ ਸ਼ੁੱਧ ਹੋਵੇਗਾ। ਭਗਤੀ ਉਪਾਸਨਾ ਕਰਨ ਨਾਲ ਇਕਾਗਰਤਾ ਵੱਧਦੀ ਹੈ, ਪਰ ਇਹ ਗਿਆਨ ਦੇ ਬਹਿਰੰਗ ਸਾਧਨ ਕਹੇ ਜਾਂਦੇ ਹਨ, ਅੰਤਰੰਗ ਨਹੀਂ। ਅੰਤःਕਰਨ ਨਾਮ ਮਨ, ਬੁੱਧੀ, ਚਿੱਤ, ਹੰਕਾਰ ਇਹਨਾਂ ਚੌਹਾਂ ਦਾ ਹੈ ਅਤੇ ਅੰਤःਕਰਨ ਵਿੱਚ 3 ਦੋਸ਼ ਹੁੰਦੇ ਹਨ, ਇੱਕ ਮਲ, ਦੂਸਰਾ ਵਿਖੇਪ, ਤੀਸਰਾ ਆਵਰਨ। ਮਲ ਨਾਮ ਪਿਛਲੇ ਜਨਮਾਂ ਵਿੱਚ ਕੀਤੇ ਹੋਏ ਪਾਪਾਂ ਦਾ ਹੈ, ਵਿਖੇਪ ਨਾਮ ਚੰਚਲਤਾ ਦਾ ਹੈ ਅਤੇ ਆਵਰਨ ਨਾਮ ਅਗਿਆਨ ਦੇ ਬਣੇ ਹੋਏ ਪਰਦੇ ਦਾ ਹੈ। ਪਿਛਲੇ ਜਨਮਾਂ ਵਿੱਚ ਕੀਤੇ ਹੋਏ ਪਾਪ ਅੰਤःਕਰਨ ਵਿੱਚ ਸੰਸਾਰ ਰੂਪ ਹੋ ਕੇ ਰਹਿੰਦੇ ਹਨ, ਉਹ ਮਲ ਹੈ ਅਤੇ ਵਿਸ਼ਿਆਂ ਤੋਂ ਮਨ ਚੰਚਲ ਹੈ, ਇਹ ਵਿਖੇਪ ਹੈ ਅਤੇ ਆਪਣੇ ਆਪ ਦਾ ਜੀਵ ਨੂੰ ਪਤਾ ਨਾ ਹੋਣਾ, ਮੈਂ ਕੀ ਹਾਂ, ਈਸ਼ਵਰ ਕੀ ਹੈ ਤਥਾ ਇਹ ਜਗਤ ਕੀ ਹੈ ਆਦਿ ਅਗਿਆਨ ਦਾ ਪਰਦਾ ਆਵਰਨ ਹੈ। ਜਦ ਤੱਕ ਇਹ ਅੰਤःਕਰਨ ਦੇ ਵਿੱਚ 3 ਦੋਸ਼ ਹੁੰਦੇ ਹਨ, ਤਦ ਤੱਕ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਅਤੇ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ। ਨਿਸ਼ਕਾਮ ਭਾਵ ਨਾਲ ਕਰਮ ਕਾਂਡ ਕਰਨ ਨਾਲ ਮਲ ਦੂਰ ਹੋ ਕੇ ਅੰਤਰ ਮਨ ਸ਼ੁੱਧ ਹੋ ਜਾਂਦਾ ਹੈ ਅਤੇ ਭਗਤੀ ਉਪਾਸਨਾ ਭਾਵ ਧਿਆਨ ਨਾਲ ਅੰਤःਕਰਨ ਇਕਾਗਰ ਹੁੰਦਾ ਹੈ। ਵਿਖੇਪ ਦੋਸ਼ ਨਸ਼ਟ ਹੋ ਜਾਂਦੇ ਹਨ।
ਬਾਕੀ ਤੀਸਰਾ ਜੋ ਆਵਰਣ ਹੈ ਉਹ ਗਿਆਨ ਨਾਲ ਪ੍ਰਾਪਤ ਹੁੰਦਾ ਹੈ। ਇਸ ਲਈ ਕਰਮ ਕਾਂਡ ਤਥਾ ਉਪਾਸਨਾ ਭਗਤੀ ਆਦਿ ਵੀ ਅੰਤःਕਰਨ ਦੇ ਦੋਸ਼ਾਂ ਨੂੰ ਨਸ਼ਟ ਕਰਦੇ ਹਨ। ਇਸ ਲਈ ਕਰਮ ਕਾਂਡ ਤਥਾ ਉਪਾਸਨਾ ਭਗਤੀ ਆਦਿ ਵੀ ਅੰਤःਕਰਨ ਦੇ ਦੋਸ਼ਾਂ ਦੇ ਨਾਸ਼ਕ ਹੋਣ ਨਾਲ ਵਿਅਰਥ ਨਹੀਂ ਹਨ। ਜਦ ਤੱਕ ਅੰਤःਕਰਨ ਵਿੱਚ ਮਲ ਹੈ ਤਦ ਤੱਕ ਆਪਣੇ ਸਾਰਥ ਲਈ ਦੂਸਰਿਆਂ ਦੀ ਬੁਰਾਈ ਦਾ ਭਾਵ ਬਣਿਆ ਰਹਿੰਦਾ ਹੈ। ਇਸ ਲਈ ਅੰਤःਕਰਨ ਦਾ ਸ਼ੁੱਧ ਹੋਣਾ ਵੀ ਜ਼ਰੂਰੀ ਹੈ। ਅੰਤःਕਰਨ ਮਨ ਤਦ ਹੀ ਸ਼ੁੱਧ ਹੋਵੇਗਾ ਜਦ ਅਸੀਂ ਕਿਸੇ ਵਿੱਚ ਬੁਰਾਈਆਂ ਨਹੀਂ ਕੱਢਾਂਗੇ। ਜਦ ਤੱਕ ਵਿਖੇਪ ਭਾਵ ਚੰਚਲਤਾ ਹੈ ਤਦ ਤੱਕ ਸੂਖਮ ਵਸਤੂ ਦਾ ਅਨੁਭਵ ਨਹੀਂ ਹੋ ਸਕਦਾ। ਇਸ ਲਈ ਚੰਚਲਤਾ ਨੂੰ ਵੀ ਦੂਰ ਕਰਨਾ ਜ਼ਰੂਰੀ ਹੈ। ਬ੍ਰਹਮ ਸਭ ਤੋਂ ਸੂਖਮ ਹੈ। ਇਸ ਤੋਂ ਸੂਖਮ ਹੋਰ ਕੋਈ ਚੀਜ਼ ਨਹੀਂ ਹੈ। ਇਸ ਨੂੰ ਅਨੁਭਵ ਕਰਨ ਵਾਸਤੇ ਚੰਚਲਤਾ ਦੂਰ ਕਰਨੀ ਜ਼ਰੂਰੀ ਹੈ। ਜਦ ਤੱਕ ਮਨ ਚੰਚਲ ਹੋਵੇ ਸੰਸਾਰਕ ਦੀਆਂ ਮੋਟੀਆਂ ਚੀਜ਼ਾਂ ਵੱਲ ਵੀ ਧਿਆਨ ਨਹੀਂ ਜਾਂਦਾ। ਜਿਵੇਂ ਇੱਕ ਆਦਮੀ ਰੋਟੀ ਖਾ ਰਿਹਾ ਹੁੰਦਾ ਹੈ, ਉਹ ਸਾਰੀ ਰੋਟੀ ਖਾ ਵੀ ਲਵੇ ਤਦ ਅਖੀਰ ਵਿੱਚ ਜੇਕਰ ਉਸਨੂੰ ਕੋਈ ਪੁੱਛਦਾ ਹੈ ਕਿ ਸਬਜ਼ੀ ਵਿੱਚ ਨਮਕ ਕਿਸ ਤਰ੍ਹਾਂ ਹੈ, ਤਾਂ ਉਹ ਆਦਮੀ ਕਹਿੰਦਾ ਹੈ ਕਿ ਮੈਂ ਖਾ ਕੇ ਦੱਸਦਾ ਹਾਂ, ਮੇਰਾ ਮਨ ਇਕਾਗਰ ਨਹੀਂ ਸੀ, ਭਾਵ ਮੇਰਾ ਮਨ ਕੋਈ ਹੋਰ ਚੀਜ਼ ਸੋਚ ਰਿਹਾ ਸੀ। ਤਾਂ ਇੰਦਰੀਆਂ ਦੇ ਵਿਸ਼ੇ ਨਮਕ ਆਦਿ ਪਦਾਰਥਾਂ ਦਾ ਇਕਾਗਰ ਬਿਨਾਂ ਸਵਾਦ ਨਹੀਂ ਚੱਖ ਸਕਦੇ। ਚੰਚਲ ਮਨ ਨਾਲ ਅਤੀ ਸੂਖਮ ਵਸਤੂ ਜੋ ਬ੍ਰਹਮ ਹੈ ਅਤੇ ਇੰਦਰੀਆਂ ਦਾ ਵਿਸ਼ਾ ਵੀ ਨਹੀਂ, ਤਾਂ ਉਹ ਅਨੁਭਵ ਕਿਵੇਂ ਹੋ ਸਕਦਾ ਹੈ। ਬਾਕੀ ਰਿਹਾ ਕਰਮ ਕਾਂਡ ਅਤੇ ਉਪਾਸਨਾ ਆਦਿ, ਇਹ ਬਹਿਰੰਗ ਸਾਧਨ ਹਨ, ਅੰਤਰੰਗ ਨਹੀਂ। ਬਹਿਰੰਗ ਨਾਮ ਦੂਰ ਦਾ ਅਤੇ ਅੰਤਰੰਗ ਨਾਮ ਨੇੜੇ ਦਾ ਹੈ। ਭਾਵ ਕਰਮ ਕਾਂਡ ਅਤੇ ਉਪਾਸਨਾ ਭਗਤੀ ਆਦਿ ਗਿਆਨ ਦੇ ਸਾਖਿਆਤ ਸਾਧਨ ਨਹੀਂ, ਕਿੰਤੂ ਅੰਤःਕਰਨ ਦੀ ਸ਼ੁੱਧੀ ਅਤੇ ਇਕਾਗਰਤਾ ਦੁਆਰਾ ਸਾਧਨ ਹਨ। ਇਸ ਲਈ ਬਹਿਰੰਗ ਹਨ ਅਤੇ ਵਿਵੇਕ, ਵਿਰਾਗ, ਖਟ, ਸੰਪਤੀ, ਮੁਮੁਖਤਾ, ਸ਼੍ਰਵਣ, ਮਨਨ, ਨਿਧਿਆਸਨ, ਤਤ ਤਵ ਪਦਾਰਥ ਦਾ ਸੋਧਨ, ਇਹ 8 ਸਾਧਨ ਅੰਤਰੰਗ ਕਹੇ ਜਾਂਦੇ ਹਨ। ਇਸ ਲਈ ਇਹ ਜਗਿਆਸੂ ਨੂੰ ਕਰਮ ਕਾਂਡ ਅਤੇ ਉਪਾਸਨਾ ਦੇ ਬਾਅਦ ਗ੍ਰਹਿਣ ਕਰਨੇ ਚਾਹੀਦੇ ਹਨ। ਭਾਵ ਜਦ ਜਗਿਆਸੂ ਹੋ ਜਾਵੇ ਤਾਂ ਕਰਮ ਉਪਾਸਨਾ ਨਹੀਂ ਕਰਨੀ, ਕਿਉਂਕਿ ਜਗਿਆਸੂ ਬਣਦਾ ਹੀ ਤਦ ਹੈ ਜਦ ਉਹ ਨਿਰਮਲ ਹੋ ਜਾਵੇ। ਉਸਨੂੰ ਪਹਿਲੇ ਵਿਵੇਕ ਦੀ ਜ਼ਰੂਰਤ ਹੁੰਦੀ ਹੈ। ਵਿਵੇਕ ਤੋਂ ਬਾਅਦ ਵਿਰਾਗ ਆਦਿ ਸਾਧਨ ਸ਼ੁਰੂ ਹੁੰਦੇ ਹਨ। ਕਰਮ ਉਪਾਸਨਾ ਤੋਂ ਜਗਿਆਸੂ ਦੂਰ ਹੋ ਜਾਂਦਾ ਹੈ, ਵਿਵੇਕ ਆਦਿ ਦੇ ਨੇੜੇ ਆ ਜਾਂਦਾ ਹੈ। ਇਸ ਲਈ ਕਰਮ ਆਦਿ ਜਗਿਆਸੂ ਲਈ ਬਹਿਰੰਗ ਕਹਾਉਂਦੇ ਹਨ, ਵਿਵੇਕ ਆਦਿ ਅੰਤਰੰਗ। ਬਾਬਾ ਸ਼੍ਰੀ ਚੰਦ ਜੀ ਬੋਲੇ ਕਿ ਭਾਈ ਕਰਮ ਉਪਾਸਨਾ ਇਹ ਦੋਵੇਂ ਹੀ ਇੰਦਰੀਆਂ ਅਤੇ ਮਨ ਦੀ ਕਿਰਿਆ ਤੋਂ ਉਤਪੰਨ ਹੁੰਦੇ ਹਨ। ਇੰਦਰੀਆਂ ਦੀ ਕਿਰਿਆ ਤੋਂ ਕਰਮ ਅਤੇ ਮਨ ਦੀ ਕਿਰਿਆ ਤੋਂ ਉਪਾਸਨਾ ਭਾਵ ਭਗਤੀ ਆਦਿ ਗਿਆਨ ਦੁਆਰਾ ਮੁਕਤੀ ਪ੍ਰਾਪਤ ਹੋਣਾ ਜ਼ਰੂਰੀ ਨਹੀਂ ਅਤੇ ਬ੍ਰਹਮ ਦੀ ਪ੍ਰਾਪਤੀ ਨਾਲ ਹੀ ਨਿਵ੍ਰਿਤੀ ਮੋਖ ਪ੍ਰਾਪਤ ਹੋ ਸਕਦਾ। ਵਾਸਨਾਵਾਂ ਵਾਲਾ ਅਤੇ ਉਚਿਤ ਅਨੁਚਿਤ ਨਾ ਸਮਝਣ ਵਾਲਾ ਵਿਅਕਤੀ ਗਿਆਨ ਪ੍ਰਾਪਤ ਨਹੀਂ ਕਰ ਸਕਦਾ ਅਤੇ ਮੁਕਤੀ ਪ੍ਰਾਪਤ ਵੀ ਨਹੀਂ ਕਰ ਸਕਦਾ। ਭਗਵਾਨ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਕਥਾ ਦੀ ਸਮਾਪਤੀ ਕੀਤੀ। ਬੋਲੋ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੈ। ਮੇਰਾਂ ਦੇ ਸਾਈਂ ਮੇਰ ਕਰੋ।
ਬੋਲੋ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੈ। ਬੋਲੋ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੈ। ਬੋਲੋ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੈ। ਮੇਰ ਕਰੋ ਮੇਰੇ ਬਾਬਾ ਸ਼੍ਰੀ ਚੰਦ ਜੀ। ਬੋਲ ਭਗਵਾਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੈ। ਬੋਲੋ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੈ।